ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਅੱਜ ਦੀ ਵੀਡੀਓ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਸੀਗੇ ਲੈਂਗੁਏਜ ਸਕਿੱਲਸ ਨੂੰ। ਇਹ ਵੀਡੀਓ ਤੁਹਾਡੇ ਪੀਐਸ ਟੈਟ ਐਂਡ ਸੀਟੈਟ ਦੇ ਐਗਜ਼ਾਮ ਲਈ ਕਾਫੀ ਇੰਪੋਰਟੈਂਟ ਹੈਗੀ ਆ। ਬੀਐਡ ਕਰ ਰਹੇ ਵਿਦਿਆਰਥੀ ਵੀ ਇਸ ਵੀਡੀਓ ਨੂੰ ਵੇਖ ਸਕਦੇ ਆ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਨੂੰ। ਆਪਾਂ ਗੱਲ ਕਰ ਰਹੇ ਸੀ ਲੈਂਗੁਏਜ ਸਕਿੱਲ ਦੀ। ਭਾਸ਼ਾ ਸਿੱਖਣ ਲਈ ਆਪਾਂ ਨੂੰ ਕੁਝ ਸਕਿੱਲਸ ਦੀ ਲੋੜ ਪੈਂਦੀ ਹੈ। ਇਹਨਾਂ ਸਕਿੱਲਸ ਤੋਂ ਬਿਨਾਂ ਆਪਾਂ ਭਾਸ਼ਾ ਨੂੰ ਨਹੀਂ ਸਿੱਖ ਸਕਦੇ। ਜਦੋਂ ਵੀ ਆਪਾਂ ਬੱਚਿਆਂ ਨੂੰ ਇੰਗਲਿਸ਼ ਟੀਚ ਕਰਦੇ ਹਾਂ, ਇਹਨਾਂ ਚਾਰੇ ਹੀ ਸਕਿੱਲਸ ਦਾ ਜਿਹੜਾ ਡਿਵੈਲਪ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇੰਗਲਿਸ਼ ਪੜ੍ਹਾਉਣ ਲੱਗਿਆਂ ਆਪਾਂ ਇਹਨਾਂ ਗੱਲਾਂ ਨੂੰ ਧਿਆਨ ਰੱਖਣਾ ਹੈ ਕਿ ਇਹ ਜਿਹੜੀਆਂ ਚਾਰੇ ਸਕਿੱਲਸ ਹੈਗੀਆਂ ਨੇ, ਇਹਨਾਂ ਦਾ ਜਿਹੜਾ ਇਕੁਅਲ ਡਿਵੈਲਪਮੈਂਟ ਹੈ ਬੱਚੇ ਦਾ, ਉਹ ਕੀਤਾ ਜਾਵੇ। ਇਹਦੇ ਵਿੱਚ ਕੁਝ ਪਾਸਿਵ ਸਕਿੱਲਸ ਹੁੰਦੀਆਂ ਨੇ, ਕੁਝ ਐਕਟਿਵ ਸਕਿੱਲਸ ਹੁੰਦੀਆਂ ਨੇ। ਇੱਥੋਂ ਹੀ ਐਗਜ਼ਾਮ ਦੇ ਵਿੱਚ ਕੁਐਸਚਨ ਬਣਦੇ ਨੇ। ਵੇਖ ਲੈਂਦੇ ਆ ਜੀ। ਵੀਡੀਓ ਸ਼ਾਰਟ ਹੋਏਗੀ ਬਟ ਯੂਸਫੁਲ ਜ਼ਰੂਰ ਹੋਏਗੀ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਇਸ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਲਾਲ ਵਾਲਾ ਸਬਸਕ੍ਰਾਈਬ ਬਟਨ ਜ਼ਰੂਰ ਪ੍ਰੈਸ ਕਰ ਲਿਓ ਤੇ ਆਉਣ ਵਾਲੀਆਂ ਵੀਡੀਓਜ਼ ਨੂੰ ਮਿਸ ਨਾ ਕਰਨ ਲਈ ਜਿਹੜਾ ਬੈਲ ਆਈਕਨ ਹੈ ਉਹ ਵੀ ਪ੍ਰੈਸ ਕਰ ਲਿਓ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਨੂੰ। ਸਭ ਤੋਂ ਪਹਿਲਾਂ ਤੁਸੀਂ ਵੇਖ ਸਕਦੇ ਹੋ ਕਿ ਆਪਾਂ ਲੈਂਗੁਏਜ ਸਕਿੱਲਸ ਦੀ ਗੱਲ ਕਰ ਰਹੇ ਹਾਂ। ਲੈਂਗੁਏਜ ਕੀ ਹੈ ਜੀ? ਲੈਂਗੁਏਜ ਹੈ ਭਾਸ਼ਾ। ਵੈਸੇ ਤਾਂ ਦੋਸਤੋ ਇੰਗਲਿਸ਼ ਪੈਡਾਗੋਜੀ ਦਾ ਇਹ ਪਹਿਲਾ ਚੈਪਟਰ ਹੈ, ਬਟ ਇਹ ਜਿਹੜੀ ਇੰਗਲਿਸ਼ ਪੈਡਾਗੋਜੀ ਹੈਗੀ ਆ ਇਹ ਪੰਜਾਬੀ ਪੈਡਾਗੋਜੀ ਲਈ ਵੀ ਯੂਸਫੁਲ ਹੈ। ਸੋ ਵੇਖਦੇ ਹਾਂ ਕਿ LSRW ਦੀ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਵੀ ਆਪਾਂ ਭਾਸ਼ਾ ਸਿੱਖਦੇ ਹਾਂ ਉਹਦੇ ਵਿੱਚ ਆਪਾਂ ਨੂੰ ਕੁਝ ਸਕਿੱਲਸ ਦੀ ਲੋੜ ਪੈਂਦੀ ਹੈ ਜੇਕਰ ਆਪਾਂ ਭਾਸ਼ਾ ਸਿੱਖਣੀ ਆ। ਤੇ ਇਹ ਜਿਹੜੀਆਂ ਸਕਿੱਲਸ ਨੇ ਇਹ ਕਿਸੇ ਸੀਕੁਐਂਸ ਵਾਈਜ਼ ਹੀ ਚੱਲਦੀਆਂ ਨੇ। ਜਿਵੇਂ ਮੰਨ ਲਓ ਕਿਸੇ ਘਰ ਵਿੱਚ ਕਿਸੇ ਬੱਚੇ ਨੇ ਜਨਮ ਲਿਆ ਤੇ ਕੀ ਉਹ ਬੋਲਣਾ ਸ਼ੁਰੂ ਕਰ ਦਿੰਦਾ ਹੈ? ਤੁਹਾਡਾ ਜਵਾਬ ਹੋਊਗਾ ਨਹੀਂ ਸਰ, ਉਹ ਤਾਂ ਛੋਟਾ ਬੱਚਾ ਹਜੇ, ਉਹ ਕਿਵੇਂ ਬੋਲ ਸਕਦਾ। ਸੋ ਜਦੋਂ ਟਾਈਮ ਲੰਘਦਾ ਹੈ ਉਹ ਆਪਣੀਆਂ ਗੱਲਾਂ ਨੂੰ ਸੁਣ ਰਿਹਾ ਹੁੰਦਾ। ਪਹਿਲਾਂ ਤਾਂ ਆਪਾਂ ਉਹਨੂੰ ਕੀ ਕਹਿੰਦੇ ਆ ਕਿ ਬੇਟਾ ਪਾਪਾ ਬੋਲੋ, ਮੰਮਾ ਬੋਲੋ, ਪਾਪਾ ਮੰਮਾ। ਸੋ ਇਸ ਤਰ੍ਹਾਂ ਆਪਾਂ ਉਹਨੂੰ ਬੋਲਣਾ ਸਿਖਾ ਰਹੇ ਹੁੰਦੇ ਆ। ਤੇ ਪਹਿਲਾਂ ਬੋਲਣਾ ਤਾਂ ਨਹੀਂ ਸ਼ੁਰੂ ਕਰਦਾ, ਪਹਿਲਾਂ ਤੁਹਾਡੀਆਂ ਗੱਲਾਂ ਨੂੰ ਸੁਣਦਾ ਹੈ, ਰਿਸੀਵ ਕਰਦਾ, ਤੁਹਾਡੀਆਂ ਗੱਲਾਂ ਨੂੰ ਸੁਣਦਾ ਹੈ। ਉਸ ਤੋਂ ਬਾਅਦ ਉਹ ਬੋਲਣ ਦੀ ਕੋਸ਼ਿਸ਼ ਕਰਦਾ ਹੈ, ਕੁਝ ਵਰਡਸ ਵਗੈਰਾ ਬੋਲਣ ਦੀ ਕੋਸ਼ਿਸ਼ ਕਰੇਗਾ, ਕੁਝ ਅੱਖਰ ਬੋਲਣ ਦੀ ਕੋਸ਼ਿਸ਼ ਕਰੇਗਾ। ਸੋ ਪਹਿਲਾਂ ਤਾਂ ਉਹ ਆਵਾਜ਼ਾਂ ਹੀ ਕੱਢੂਗਾ, ਪਹਿਲਾਂ ਰੋਣਾ ਸ਼ੁਰੂ ਕਰੂਗਾ, ਹੌਲੀ ਹੌਲੀ ਉਹਨੇ ਬੋਲਣਾ ਸ਼ੁਰੂ ਕਰਨਾ। ਸੋ ਇਸੇ ਤਰ੍ਹਾਂ ਹੀ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜੀਆਂ ਬੋਲਣ ਦੀ ਉਹਦੀ ਜਿਹੜੀ ਗੱਲ ਹੈਗੀ ਆ ਉਹ ਕੁਝ ਸੀਕੁਐਂਸ ਵਾਈਜ਼ ਹੀ ਚੱਲਦੀਆਂ ਨੇ। ਐਂਡ ਇਸੇ ਤਰ੍ਹਾਂ ਹੀ ਬੱਚਾ ਜਿਹੜਾ ਭਾਸ਼ਾ ਹੈ ਉਹਨੂੰ ਸਿੱਖਦਾ ਹੈ। ਐਂਡ ਇਹ ਜਿਹੜਾ ਸੀਕੁਐਂਸ ਹੈ ਇਹਨੂੰ ਆਪਾਂ LSRW ਦਾ ਨਾਮ ਦਿੰਦੇ ਹਾਂ। LSRW ਦਾ ਕੀ ਮਤਲਬ ਹੈ ਜੀ? ਜਿਵੇਂ ਮੈਂ ਇੱਥੇ ਲਿਖਿਆ ਵੀ ਹੋਇਆ LSRW। ਕਿਸੇ ਵੀ ਭਾਸ਼ਾ ਨੂੰ ਸਿੱਖਣ ਲਈ ਇਹਨਾਂ ਸਕਿੱਲਸ ਦੀ ਲੋੜ ਤਾਂ ਪੈਂਦੀ ਹੀ ਹੈ, ਬਟ ਇਹ ਜਿਹੜੀਆਂ ਸਕਿੱਲਸ ਨੇ ਇਹ ਸੀਕੁਐਂਸ ਵਾਈਜ਼ ਚੱਲਦੀਆਂ ਨੇ। ਰੱਟਾਂ ਲਾਉਣ ਦੀ ਕੋਈ ਲੋੜ ਨਹੀਂ ਹੈਗੀ। ਜੇਕਰ ਤੁਸੀਂ ਇਸ ਸੈਸ਼ਨ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਤੇ ਸਾਰੀਆਂ ਗੱਲਾਂ ਤੁਹਾਨੂੰ ਪੇਪਰ ਦੇ ਵਿੱਚ ਵੀ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਆਰਾਮ ਨਾਲ ਲਿਖ ਸਕਦੇ ਹੋ, ਕੁਐਸਚਨਾਂ ਨੂੰ ਸਮਝ ਕੇ ਲਿਖ ਸਕਦੇ ਆ। ਪਹਿਲੇ ਤੇ ਜਿਹੜਾ ਵਰਡ ਹੈ ਉਹ ਹੈ L ਤੋਂ, ਲਿਸਨਿੰਗ। ਇਹਨੂੰ ਤੁਸੀਂ ਇੱਕ ਵਾਰ ਯਾਦ ਕਰ ਲੈਣਾ, LSRW ਤੋਂ ਜਿਵੇਂ ਲਿਖਿਆ ਹੋਇਆ LSRW। ਐਂਡ ਇਹ ਮੈਂ ਸੀਕੁਐਂਸ ਵਾਈਜ਼ ਹੀ ਲਿਖਿਆ ਹੋਇਆ। ਭਾਵ ਇਹ ਕਿ ਇਹ ਜਿਹੜੀ ਪ੍ਰੋਸੈਸ ਹੈ ਇਹ ਕੁਝ ਇਸ ਤਰ੍ਹਾਂ ਹੀ ਚੱਲਦੀ ਹੈ। ਜਿਵੇਂ ਪਹਿਲੇ ਨੰਬਰ ਤੇ ਹੈ ਲਿਸਨਿੰਗ। ਛੋਟਾ ਜਦੋਂ ਬੱਚਾ ਹੁੰਦਾ ਹੈ, ਜੋ ਬੱਚੇ ਨੇ ਜਨਮ ਲੈ ਲਿਆ ਤੇ ਉਹ ਕੀ ਕਰਦਾ ਹੈ? ਪਹਿਲਾਂ ਉਹ ਗ੍ਰਾਸਪ ਕਰਦਾ ਜੋ ਕੁਝ ਵੀ ਇੱਧਰ ਉੱਧਰ ਗੱਲਾਂ ਹੋ ਰਹੀਆਂ, ਆਪਾਂ ਆਪਸ ਵਿੱਚ ਵੀ ਜਿਹੜੇ ਪੇਰੈਂਟਸ ਹੈਗੇ ਆ ਗੱਲ ਕਰ ਰਹੇ ਹੁੰਦੇ ਆ, ਉਹਨਾਂ ਸਾਰਿਆਂ ਦੀ ਗੱਲਾਂ ਨੂੰ ਸੁਣਨ ਦੀ ਕੋਸ਼ਿਸ਼ ਕਰਦਾ ਹੈ। ਸੋ ਉਹਦਾ ਪਹਿਲਾ ਜਿਹੜਾ ਕੰਮ ਹੈ ਉਹ ਕੀ ਹੈ? ਲਿਸਨਿੰਗ ਦਾ। ਜੇਕਰ ਆਪਾਂ ਲਿਸਨਿੰਗ ਸਹੀ ਤਰੀਕੇ ਨਾਲ ਨਹੀਂ ਕਰ ਰਹੇ ਤੇ ਆਪਾਂ ਭਾਸ਼ਾ ਨੂੰ ਨਹੀਂ ਸਿੱਖ ਸਕਦੇ। ਅੱਜ ਕੱਲ੍ਹ ਆਪਾਂ ਨੂੰ ਭਾਸ਼ਾ ਆਉਂਦੀ ਹੈ, ਆਪਾਂ ਬੋਲ ਸਕਦੇ ਹਾਂ, ਲਿਖ ਸਕਦੇ ਹਾਂ, ਪੜ੍ਹ ਸਕਦੇ ਹਾਂ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਕਿਵੇਂ ਪੋਸੀਬਲ ਹੋ ਸਕੀਆਂ? ਜਦੋਂ ਆਪਾਂ ਛੋਟੇ ਹੁੰਦੇ ਸੀ ਤੇ ਆਪਾਂ ਵੀ ਕਿਤੇ ਨਾ ਕਿਤੇ ਲਿਸਨ ਕੀਤਾ ਆ ਨਾ, ਫਿਰ ਹੀ ਆਪਾਂ ਭਾਸ਼ਾ ਨੂੰ ਚੰਗੀ ਤਰੀਕੇ ਨਾਲ ਬੋਲ ਸਕਦੇ ਹਾਂ, ਲਿਖ ਸਕਦੇ ਹਾਂ। ਸੋ ਪਹਿਲਾ ਜਿਹੜਾ ਕੰਮ ਹੁੰਦਾ ਹੈ ਲੈਂਗੁਏਜ ਸਕਿੱਲ ਦੇ ਵਿੱਚ, ਜਿਹੜਾ ਸਭ ਤੋਂ ਪਹਿਲੀ ਜਿਹੜੀ ਸਕਿੱਲ ਸਿੱਖਦਾ ਹੈ ਬੱਚਾ, ਉਹ ਸਿੱਖਦਾ ਹੈ ਲਿਸਨਿੰਗ ਦਾ। ਦੂਜੇ ਨੰਬਰ ਤੇ ਹੈ ਸਪੀਕਿੰਗ। ਦੂਸਰੇ ਨੰਬਰ ਤੇ ਕੀ ਹੈ ਜੀ? ਇਹ ਤਾਂ ਆ ਗਿਆ ਪਹਿਲੇ ਨੰਬਰ ਤੇ। ਦੂਸਰੇ ਨੰਬਰ ਤੇ ਆਉਂਦੀ ਹੈ ਜੀ ਸਪੀਕਿੰਗ। ਸਪੀਕਿੰਗ ਦਾ ਭਾਵ ਇਹ ਹੈ ਕਿ ਜਦੋਂ ਬੱਚੇ ਨੇ ਉਹ ਵਰਡ ਸੁਣ ਲਏ ਕਿ ਇਹਨਾਂ ਵਰਡਸ ਨੂੰ ਬੋਲਣਾ ਕਿਵੇਂ ਆ, ਜਦੋਂ ਉਹਨੇ ਉਹ ਵਰਡ ਨੂੰ ਸੁਣ ਲਿਆ, ਦਿਮਾਗ ਵਿੱਚ ਬਿਠਾ ਲਿਆ ਕਿ ਇਸ ਵਰਡ ਨੂੰ ਕੁਝ ਇਸ ਤਰ੍ਹਾਂ ਬੋਲਦੇ ਆ, ਇਹਦਾ ਇਹ ਮੀਨਿੰਗ ਆ, ਫਿਰ ਉਹ ਉਸ ਵਰਡ ਨੂੰ ਬੋਲਣਾ ਸ਼ੁਰੂ ਕਰੇਗਾ। ਪਹਿਲਾਂ ਤਾਂ ਉਹ ਜਿਵੇਂ ਕਿ ਉਹਦੀ ਜਿਹੜੀ ਆਵਾਜ਼ ਹੁੰਦੀ ਆ ਉਹ ਐਜ਼ ਅ ਕਰਾਈ ਦੇ ਫਾਰਮ ਵਿੱਚ ਨਿਕਲਦੀ ਹੈ। ਪਹਿਲਾਂ ਬੱਚਾ ਰੋਂਦਾ ਹੈ, ਰੋਣ ਤੋਂ ਬਾਅਦ ਜਦੋਂ ਫੂਡ ਵਗੈਰਾ ਮੰਗਣਾ ਹੁੰਦਾ ਉਹਨੇ ਰੋਣਾ ਹੀ ਹੁੰਦਾ ਨਾ, ਉਸ ਤੋਂ ਬਾਅਦ ਉਹ ਕੁਝ ਵਰਡ ਵਗੈਰਾ ਵੀ ਬੋਲਣੇ ਸ਼ੁਰੂ ਕਰ ਦਿੰਦਾ, ਕੁਝ ਅੱਖਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਬੋਲਣਾ ਸ਼ੁਰੂ ਕਰਦਾ ਹੈ। ਸੋ ਇਸ ਤਰ੍ਹਾਂ ਉਹਦੀ ਜਿਹੜੀ ਸਪੀਕਿੰਗ ਜਿਹੜੀ ਹੈਗੀ ਆ ਉਹ ਡਿਵੈਲਪ ਹੋ ਜਾਂਦੀ ਹੈ। ਭਾਵ ਇਹ ਕਿ ਲਿਸਨਿੰਗ ਤੋਂ ਬਾਅਦ ਹੀ ਉਹਦੀ ਜਿਹੜੀ ਸਪੀਕਿੰਗ ਹੈ ਉਹ ਉਹਦੀ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਉਹਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ, ਪਹਿਲਾਂ ਤਾਂ ਉਹ ਰੋਂਦਾ ਸੀ, ਬਾਅਦ ਵਿੱਚ ਜਿਵੇਂ ਕਿ ਉਹਨੂੰ ਪਾਣੀ ਦੀ ਲੋੜ ਪੈਂਦੀ ਹੈ, ਫਿਰ ਉਹ ਪਾਣੀ ਨੂੰ ਮਮ ਕਹਿ ਦਿੰਦਾ ਜਾਂ ਫਿਰ ਕਹਿ ਦਿੰਦਾ ਕਿ ਹਾਂ ਵੀ ਪਾਣੀ ਮੈਨੂੰ ਚਾਹੀਦਾ। ਸੋ ਪਹਿਲਾਂ ਸੈਂਟੈਂਸ ਨਹੀਂ ਬੋਲਦਾ ਉਹ, ਪਹਿਲਾਂ ਅੱਖਰ ਤੋਂ ਬਾਅਦ ਉਹ ਵਰਡ ਬੋਲਣੇ ਸ਼ੁਰੂ ਕਰਦਾ ਹੈ। ਸੋ ਇਸ ਤੋਂ ਬਾਅਦ ਮਤਲਬ ਉਹਨੇ ਸਪੀਕਿੰਗ ਵੀ ਸਿੱਖ ਲਈ ਹੈ। ਸਪੀਕਿੰਗ ਤੋਂ ਬਾਅਦ ਉਹ ਕੀ ਕਰੇਗਾ? ਜਦੋਂ ਸਕੂਲਾਂ ਵਿੱਚ ਜਾਏਗਾ ਕਿ ਉਹ ਲਿਖਣਾ ਸ਼ੁਰੂ ਕਰ ਦਿੰਦਾ ਹੈ? ਸੋ ਤੁਹਾਡਾ ਜਵਾਬ ਹੋਊਗਾ ਨਹੀਂ, ਪਹਿਲਾਂ ਪੜ੍ਹਨਾ ਸ਼ੁਰੂ ਕਰੇਗਾ, ਪੜ੍ਹਨ ਤੋਂ ਬਾਅਦ ਉਹ ਲਿਖਣ ਦਾ ਜਿਹੜਾ ਕੰਮ ਹੈ ਉਹਨੂੰ ਸ਼ੁਰੂ ਕਰਦਾ ਹੈ। ਸੋ ਇਸ ਤੋਂ ਬਾਅਦ ਜਿਹੜਾ ਥਰਡ ਕਹਿ ਸਕਦੇ ਹਾਂ ਪ੍ਰੋਸੈਸ ਹੈ, ਥਰਡ ਜਿਹੜੀ ਸਕਿੱਲ ਹੈਗੀ ਆ
ਉਹ ਰੀਡਿੰਗ ਦਾ ਕੰਮ ਕਰਦਾ ਹੈ, ਪੜ੍ਹਨ ਦਾ ਕੰਮ ਕਰਦਾ ਹੈ। ਰੀਡਿੰਗ ਦੀਆਂ ਵੀ ਅੱਗੇ ਕੁਝ ਟਾਈਪਸ ਹੁੰਦੀਆਂ ਨੇ ਜਿਹਦੀ ਗੱਲ ਆਪਾਂ ਇਸ ਤੋਂ ਅਗਲੀ ਵੀਡੀਓ ਵਿੱਚ ਕਰਾਂਗੇ। ਐਂਡ ਦੋਸਤੋ ਰੀਡਿੰਗ ਜਦੋਂ ਕਰੇਗਾ ਮਤਲਬ ਸਪੀਕਿੰਗ ਉਹਨੇ ਕਰਨੀ ਸਿੱਖ ਲਈ। ਸਪੀਕਿੰਗ ਤੋਂ ਬਾਅਦ ਜਦੋਂ ਉਹਨੇ ਸਕੂਲ ਵਿੱਚ ਅੱਖਰਾਂ ਦਾ ਗਿਆਨ ਜਿਹੜਾ ਹੈ ਉਹ ਦੱਸਿਆ ਜਾਏਗਾ, ਅੱਖਰਾਂ ਬਾਰੇ ਉਹਦੀ ਪ੍ਰੋਨਾਂਸੀਏਸ਼ਨ ਬਾਰੇ ਦੱਸਿਆ ਜਾਏਗਾ। ਸੋ ਉਹ ਸਾਰਾ ਕੁਝ ਉੱਥੇ ਰੀਡਿੰਗ ਸਿੱਖੇਗਾ ਸਕੂਲ ਵਿੱਚ। ਰੀਡਿੰਗ ਉਹਨੇ ਸਿੱਖ ਲਈ। ਰੀਡਿੰਗ ਤੋਂ ਬਾਅਦ ਜਦੋਂ ਉਹਨੂੰ ਸੁਣਨਾ ਆ ਗਿਆ, ਬੋਲਣਾ ਆ ਗਿਆ, ਪੜ੍ਹਨਾ ਆ ਗਿਆ, ਹੁਣ ਉਹਨੇ ਜਿਹੜਾ ਕੰਮ ਹੈ ਲਾਸਟ ਜਿਹੜੀ ਸਕਿੱਲ ਹੈਗੀ ਆ, ਹੁਣ ਉਹਨੇ ਕਰਨਾ ਹੈ ਰਾਈਟਿੰਗ ਦਾ ਕੰਮ, ਲਿਖਣ ਦਾ ਜਿਹੜਾ ਕੰਮ ਹੈ ਉਹਦੇ ਵੱਲੋਂ ਕੀਤਾ ਜਾਣਾ ਹੈ। ਸੋ ਮੇਨਲੀ ਇਹ ਜਿਹੜੀਆਂ 4 ਸਕਿੱਲਸ ਹੁੰਦੀਆਂ ਨੇ ਸੀਕੁਐਂਸ ਵਾਈਜ਼ ਹੀ ਚੱਲਦੀਆਂ ਨੇ। ਲਿਸਨ ਕੀਤਾ, ਸਪੀਕ, ਰੀਡਿੰਗ ਐਂਡ ਰਾਈਟਿੰਗ, ਕੁਝ ਇਸ ਤਰ੍ਹਾਂ ਹੀ ਇਹ ਜਿਹੜੀਆਂ ਸਕਿੱਲਸ ਨੇ ਚੱਲਦੀਆਂ ਨੇ। ਭਾਸ਼ਾ ਸਿੱਖਣ ਲੱਗੇ ਬੱਚਾ ਇਹਨਾਂ ਸਕਿੱਲਸ ਦੀ ਹੀ ਵਰਤੋਂ ਕਰਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜੀਆਂ ਸਕਿੱਲਸ ਨੇ ਇਹਨਾਂ ਨੂੰ ਆਪਾਂ ਰਿਸੈਪਟਿਵ ਜਾਂ ਫਿਰ ਰੀਪਰੋਡਕਟਿਵ ਸਕਿੱਲ ਵੀ ਕਹਿੰਦੇ ਆ, ਤੇ ਕੁਝ ਜਿਹੜੀਆਂ ਸਕਿੱਲਸ ਹੁੰਦੀਆਂ ਨੇ ਪ੍ਰੋਡਕਟਿਵ ਜਾਂ ਫਿਰ ਕ੍ਰੀਏਟਿਵ ਸਕਿੱਲ ਕਹਿੰਦੇ ਆ। ਤੇ ਆਪਾਂ ਰਿਸੈਪਟਿਵ ਜਾਂ ਫਿਰ ਰੀਪਰੋਡਕਟਿਵ ਸਕਿੱਲ ਕਿਹਨੂੰ ਕਹਿੰਦੇ ਆ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਕਾਫੀ ਇੰਪੋਰਟੈਂਟ ਹੈ। ਕਈ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਕਿ ਇਹਨਾਂ ਜਿਹੜੇ ਫੋਲੋਇੰਗ ਦੇ ਵਿੱਚੋਂ ਦੱਸੋ ਕਿ ਕਿਹੜੀ ਰੀਪਰੋਡਕਟਿਵ ਜਾਂ ਫਿਰ ਰਿਸੈਪਟਿਵ ਸਕਿੱਲ ਹੈਗੀ ਹੈ। ਸੋ ਵੇਖਦੇ ਹਾਂ ਰਿਸੈਪਟਿਵ ਦਾ ਮਤਲਬ ਕੀ ਹੁੰਦਾ, ਜਾਂ ਫਿਰ ਮੈਂ ਕਹਾਂ ਕਿ ਰੀਪਰੋਡਿਊਸ ਕਰਨ ਦਾ ਕੀ ਮਤਲਬ ਹੈ। ਮਤਲਬ ਕਿ ਆਪਾਂ ਇੱਕ ਜਿਹੜੀ ਚੀਜ਼ ਹੈਗੀ ਆ ਉਹਨੂੰ ਦੁਬਾਰਾ ਤੋਂ ਪੇਸ਼ ਕਰ ਰਹੇ ਹਾਂ, ਜਾਂ ਫਿਰ ਆਪਾਂ ਕੋਈ ਉਹਦੇ ਵਿੱਚ ਨਵਾਂ ਨਹੀਂ ਵਿਖਾ ਰਹੇ। ਭਾਵ ਇਹ ਕਿ ਮਤਲਬ ਇਹਨੂੰ ਆਪਾਂ ਪਾਸਿਵ ਸਕਿੱਲ ਵੀ ਕਹਿ ਸਕਦੇ ਹਾਂ। ਤੇ ਤੁਹਾਨੂੰ ਕੀ ਲੱਗਦਾ ਹੈ ਇਹਨਾਂ 4 ਸਕਿੱਲ ਦੇ ਵਿੱਚੋਂ ਕਿਹੜੀ ਪਾਸਿਵ ਸਕਿੱਲ ਹੈ? ਪਾਸਿਵ ਸਕਿੱਲ ਦੀ ਜੇਕਰ ਆਪਾਂ ਗੱਲ ਕਰੀਏ ਕਿ ਜਿਹਦੇ ਵਿੱਚ ਆਪਾਂ ਕੁਝ ਨਵਾਂ ਨਹੀਂ ਕਰ ਰਹੇ, ਤੇ ਨਵਾਂ ਕਿਹਦੇ ਵਿੱਚ ਨਹੀਂ ਕਰ ਰਹੇ? ਜੇਕਰ ਆਪਾਂ ਲਿਸਨਿੰਗ ਦੀ ਗੱਲ ਕਰੀਏ ਤੇ ਇਹਦੇ ਵਿੱਚ ਤਾਂ ਆਪਾਂ ਜਸਟ ਨਾਰਮਲੀ ਸੁਣ ਰਹੇ ਹਾਂ, ਕੁਝ ਨਵਾਂ ਤਾਂ ਨਹੀਂ ਲਿਖ ਰਹੇ। ਤੇ ਸਪੀਕਿੰਗ ਵਿੱਚ ਆਪਾਂ ਨਵਾਂ ਬੋਲ ਵੀ ਸਕਦੇ ਹਾਂ ਤੇ ਪੁਰਾਣਾ ਵੀ ਬੋਲ ਸਕਦੇ ਹਾਂ। ਸੋ ਮਤਲਬ ਇਹ ਕਿ ਸਪੀਕਿੰਗ ਤਾਂ ਤੁਹਾਡੀ ਐਕਟਿਵ ਸਕਿੱਲ ਹੈ, ਤੇ ਜਿਹੜੀ ਲਿਸਨਿੰਗ ਹੈਗੀ ਆ ਇਹ ਕਿਹੜੀ ਸਕਿੱਲ ਹੈ ਜੀ? ਇਹ ਪਾਸਿਵ ਸਕਿੱਲ ਹੈ ਜਾਂ ਫਿਰ ਰਿਸੈਪਟਿਵ ਸਕਿੱਲ ਹੈ ਜਾਂ ਫਿਰ ਰੀਪਰੋਡਕਟਿਵ ਸਕਿੱਲ ਹੈ। ਜਿਹਨੂੰ ਆਪਾਂ ਕਵਾਂਗੇ ਜੀ ਆਪਾਂ ਲਿਸਨਿੰਗ ਨੂੰ ਕਵਾਂਗੇ। ਤੇ ਇਹਦੇ ਵਿੱਚ ਕੋਈ ਹੋਰ ਵੀ ਸਕਿੱਲ ਹੈ ਜਿਨ੍ਹਾਂ ਨੂੰ ਆਪਾਂ ਰਿਸੈਪਟਿਵ ਜਾਂ ਫਿਰ ਰੀਪਰੋਡਕਟਿਵ ਸਕਿੱਲ ਕਹਿ ਸਕਦੇ ਹਾਂ। ਸੋ ਬਿਲਕੁਲ ਇਹਨੂੰ ਆਪਾਂ ਕਵਾਂਗੇ ਜੀ ਰੀਡਿੰਗ। ਆਲਰੇਡੀ ਟੈਕਸਟ ਆਪਣੇ ਕੋਲ ਹੈਗਾ ਆ, ਆਪਾਂ ਉਹਨੂੰ ਪੜ੍ਹ ਰਹੇ ਹਾਂ, ਤੇ ਇਹ ਕੀ ਹੈ? ਇਹ ਵੀ ਮਤਲਬ ਆਪਾਂ ਉਹਦੇ 'ਚ ਵੀ ਕੁਝ ਨਵਾਂ ਨਹੀਂ ਕ੍ਰੀਏਟ ਕਰ ਰਹੇ ਨਾ। ਸੋ ਇਹਨੂੰ ਆਪਾਂ ਕਿਹਦਾ ਨਾਮ ਦੇਵਾਂਗੇ? ਇਹਨੂੰ ਵੀ ਆਪਾਂ ਰਿਸੈਪਟਿਵ ਜਾਂ ਫਿਰ ਰੀਪਰੋਡਕਟਿਵ ਸਕਿੱਲ ਦਾ ਨਾਮ ਦੇਵਾਂਗੇ। ਸੋ ਇਹਨਾਂ ਵਿੱਚੋਂ ਕਿਹੜੀਆਂ ਸਕਿੱਲਸ ਨੇ ਜਿਨ੍ਹਾਂ ਨੂੰ ਆਪਾਂ ਰਿਸੈਪਟਿਵ, ਰੀਪਰੋਡਕਟਿਵ ਜਾਂ ਫਿਰ ਪਾਸਿਵ ਸਕਿੱਲ ਦਾ ਨਾਮ ਦੇਵਾਂਗੇ? ਸੋ ਉਹਦਾ ਨਾਮ ਹੈਗਾ ਜੀ ਲਿਸਨਿੰਗ ਐਂਡ ਰੀਡਿੰਗ। ਇਹ ਜਿਹੜੀਆਂ ਦੋਵੇਂ ਸਕਿੱਲਸ ਨੇ ਇਹਨਾਂ ਨੂੰ ਆਪਾਂ ਰਿਸੈਪਟਿਵ ਜਾਂ ਫਿਰ ਰੀਪਰੋਡਕਟਿਵ ਜਾਂ ਫਿਰ ਪਾਸਿਵ ਸਕਿੱਲ ਦਾ ਨਾਮ ਦਿੰਦੇ ਆ। ਦੂਜੇ ਨੰਬਰ ਤੇ ਆ ਗਿਆ ਜੀ ਪ੍ਰੋਡਕਟਿਵ ਜਾਂ ਫਿਰ ਕ੍ਰੀਏਟਿਵ ਸਕਿੱਲ। ਕ੍ਰੀਏਟਿਵ ਦਾ ਤੁਹਾਨੂੰ ਮਤਲਬ ਪਤਾ ਹੀ ਹੈ, ਪ੍ਰੋਡਕਟਿਵ ਦਾ ਮਤਲਬ ਕਿ ਆਪਾਂ ਕੁਝ ਨਵਾਂ ਕਰ ਰਹੇ ਹਾਂ, ਪ੍ਰੋਡਕਟਿਵ ਕਰ ਰਹੇ ਹਾਂ। ਤੇ ਕਿਹੜੀਆਂ ਸਕਿੱਲਸ ਨੇ ਜੀ? ਉਹ ਹੈ ਜੀ ਸਪੀਕਿੰਗ ਐਂਡ ਰਾਈਟਿੰਗ, ਬੋਲਣਾ ਅਤੇ ਲਿਖਣਾ। ਬੋਲਣ ਲੱਗੇ ਤੁਸੀਂ ਨਵਾਂ ਵੀ ਬੋਲ ਸਕਦੇ ਹੋ, ਰਾਈਟਿੰਗ ਲੱਗੇ ਵੀ ਆਪਾਂ ਉਹਦੇ ਵਿੱਚ ਕ੍ਰੀਏਟਿਵਿਟੀ ਵਿਖਾ ਸਕਦੇ ਹਾਂ। ਸੋ ਮਤਲਬ ਉਹਦੇ ਵਿੱਚ ਆਪਾਂ ਕੁਝ ਨਵਾਂ ਕਰ ਰਹੇ ਹਾਂ। ਸੋ ਇਹਨੂੰ ਆਪਾਂ ਨਾਮ ਦਿੰਦੇ ਹਾਂ ਪ੍ਰੋਡਕਟਿਵ ਜਾਂ ਫਿਰ ਕ੍ਰੀਏਟਿਵ ਸਕਿੱਲ ਦਾ। ਇਹਨੂੰ ਆਪਾਂ ਐਕਟਿਵ ਸਕਿੱਲ ਵੀ ਕਹਿੰਦੇ ਹਾਂ। ਲਿਖਿਆ ਤਾਂ ਨਹੀਂ ਹੋਇਆ ਮੈਂ ਇੱਥੇ, ਬਟ ਵੈਸੇ ਤੁਹਾਨੂੰ ਦੱਸ ਰਿਹਾ ਕਿ ਇਹਨਾਂ ਦੋਵਾਂ ਨੂੰ ਆਪਾਂ ਸਪੀਕਿੰਗ ਐਂਡ ਰਾਈਟਿੰਗ ਨੂੰ ਪ੍ਰੋਡਕਟਿਵ, ਐਕਟਿਵ ਜਾਂ ਫਿਰ ਕ੍ਰੀਏਟਿਵ ਸਕਿੱਲ ਦਾ ਨਾਮ ਦਿੰਦੇ ਹਾਂ। ਛੋਟੀ ਜਿਹੀ ਵੀਡੀਓ ਸੀਗੀ, ਉਮੀਦ ਮੈਂ ਇਹੀ ਕਰੂੰਗਾ ਇਹ ਵੀਡੀਓ ਤੁਹਾਡੇ ਲਈ ਜ਼ਰੂਰ ਯੂਜ਼ਫੁਲ ਰਹੂਗੀ। ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੱਥੋਂ ਕੁਐਸਚਨ ਜ਼ਰੂਰ ਬਣ ਸਕਦੇ ਨੇ। ਸੋ ਦੋਸਤੋ ਇਸ ਦੇ ਨਾਲ ਹੀ ਵੀਡੀਓ ਨੂੰ ਕਰਦੇ ਹਾਂ ਖਤਮ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ब्लेस यू ऑल।